D4 न्यूज़ देख रहे तमाम दोस्तों को दीपक भंडारी का नमस्कार। आज हम पहुंचे हैं रंजीत एवेन्यू स्थित पासपोर्ट कार्यालय में, जहां पर भाजपा के राज्यसभा सांसद श्वेत मलिक अधिकारियों के साथ बैठक करने के लिए जा रहे हैं। उनका कहना है कि जब से केंद्र में मोदी सरकार आई है तब से पासपोर्ट को लेकर कई तरह के बदलाव किए गए हैं। लोगों के लिए जो फ़ायदेमंद थे बदलाव वो किए गए हैं। लोगों को अब पासपोर्ट लेने के लिए बहुत देर तक इंतज़ार नहीं करना पड़ता, मात्र ऑनलाइन से ही ये सुविधा उनको मिल जाती है। और भी क्या क्या बदलाव किए हैं, इसी को लेकर श्वेत मलिक ने आज अधिकारियों के साथ बैठक भी की है। आइए आपको बताते हैं उनका क्या कहना है। उन्होंने पत्रकारों से को संबोधित भी किया है। ਅੱਜ ਦੀ ਪ੍ਰੈਸ ਕਾਨਫਰੰਸ ਦਾ ਮਤਲਬ ਹੈ ਇੱਕ ਯੁਗ ਪੁਰਸ਼, ਇੱਕ ਤਪਸਵੀ, ਇੱਕ ਓਜਸਵੀ, ਯਸ਼ਸਵੀ, ਮੈਂ ਜਿੰਨੇ ਵਰਡ ਲਵਾਂ ਉਹ ਘੱਟ ਨੇ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਪਾਰਲੀਮੈਂਟ ਤੇ ਮੱਥਾ ਟੇਕਦੇ ਹੋਏ ਇਹ ਵਚਨ ਦਿੱਤਾ ਸੀਗਾ ਕਿ ਮੈਂ ਇਸ ਸੰਵਿਧਾਨ ਦਾ ਮੰਦਰ ਦੀ ਕਸਮ ਖਾ ਕੇ ਕਹਿਣਾ ਨਾ ਭ੍ਰਿਸ਼ਟਾਚਾਰ ਕਰਾਂਗਾ ਨਾ ਭ੍ਰਿਸ਼ਟਾਚਾਰ ਕਰਨ ਦਿਆਂਗਾ। ਸੋ ਹਰ ਵਿਭਾਗ ਜਿਹੜਾ ਹੈ ਉਹਦੇ ਵਿੱਚ ਭ੍ਰਿਸ਼ਟਾਚਾਰ ਤੋਂ ਨਿਵਾਰਨ ਦੇ, ਭ੍ਰਿਸ਼ਟਾਚਾਰ ਤੋਂ ਬਚਾਅ ਦੇ, ਭ੍ਰਿਸ਼ਟਾਚਾਰ ਦੇ ਖਾਤਮੇ ਦੇ ਸਟੈਪ ਲਿੱਤੇ ਗਏ। ਸੋ ਇਸੇ ਤਰ੍ਹਾਂ ਇੱਕ ਪਾਸਪੋਰਟ ਕਾਰਿਆਲੇ ਹੈ ਕਿ ਪਾਸਪੋਰਟ ਦੇ ਮੈਂ ਦਿਨ ਤੁਹਾਨੂੰ ਯਾਦ ਕਰਾਵਾਂਗਾ ਕਿ ਉਹ ਦਿਨ ਐਸੇ ਪਾਸਪੋਰਟ ਦੇ ਹੁੰਦੇ ਸੀ ਇੱਕ ਸਾਲ ਤੱਕ ਪਾਸਪੋਰਟ ਨਹੀਂ ਸੀ ਮਿਲਦਾ, ਔਰ ਲਗਾਤਾਰ ਪਾਸਪੋਰਟ ਦਿਵਾਉਣ ਦੇ ਦਲਾਲ ਹੁੰਦੇ ਸੀ ਜਿਨ੍ਹਾਂ ਨੇ ਦਫ਼ਤਰ ਖੋਲ੍ਹੇ ਹੁੰਦੇ ਸੀਗੇ ਕਿ ਜੇ ਪਾਸਪੋਰਟ ਲੈਣਾ ਹੈ ਜਲਦੀ ਤੇ ਸਾਨੂੰ ਇੰਨੇ ਪੈਸੇ ਰਿਸ਼ਵਤ ਦੇ ਦਿਓ, ਭ੍ਰਿਸ਼ਟਾਚਾਰ ਦੇ ਦਿਓ ਤੇ ਫਿਰ ਅਸੀਂ ਪਾਸਪੋਰਟ ਜਿਹੜਾ ਤੁਹਾਨੂੰ ਦਿਆਂਗੇ, ਨਹੀਂ ਤੇ ਪਾਸਪੋਰਟ ਨਹੀਂ ਮਿਲੇਗਾ। ਪਾਸਪੋਰਟ ਮਾਨੇ ਜਿਸ ਵੇਲੇ ਕਿਸੇ ਨੂੰ ਮਿਲ ਜਾਂਦਾ ਸੀ ਤਾਂ ਉਹ ਸਮਝਦਾ ਸੀ ਕਿ ਉਹਨੇ ਇੱਕ ਜੰਗ ਜਿੱਤ ਲਈ। ਅੱਜ ਪਾਸਪੋਰਟ ਦੀ ਪ੍ਰਕਿਰਿਆ ਇਹ ਦੇਖਦੇ ਹੋਏ ਪ੍ਰਧਾਨ ਮੰਤਰੀ ਮੋਦੀ ਜੀ ਔਰ ਵਿਦੇਸ਼ ਮੰਤਰੀ ਜੈ ਸ਼ੰਕਰ ਜੀ ਨੇ ਇੰਨੀ ਆਸਾਨ ਕਰ ਦਿੱਤੀ ਹੈ। ਮੇਰੇ ਨਾਲ ਬਲਰਾਜ ਜੀ ਵੀ ਬੈਠੇ ਨੇ ਔਰ APO ਇਹਨਾਂ ਦੇ ਨਾਲ ਉਹ ਵੀ ਬੈਠੇ ਨੇ। ਸੋ ਉਸ ਹਿਸਾਬ ਦੇ ਨਾਲ ਅਫਸਰ ਸਾਹਿਬਾਨ ਸਾਰੇ ਜਿਹੜੇ ਨੇ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਕਿ ਇਹ ਪਾਸਪੋਰਟ ਦੀ ਪ੍ਰਕਿਰਿਆ ਨੂੰ ਸਰਲ ਬਣਾਉਣਾ ਹੈ। ਔਰ ਪਾਸਪੋਰਟ ਜਿਹੜਾ ਹੈ ਉਹ ਅੱਜ ਦੀ ਡੇਟ 'ਚ ਮੈਨੂੰ ਬੜੀ ਖੁਸ਼ੀ ਹੈ ਕਿ ਇੱਕ ਤਾਂ ਪਾਸਪੋਰਟ ਦੇ ਕੇਂਦਰ ਬੜੇ ਵਧਾ ਦਿੱਤੇ, ਜਿਹੜੇ ਕਿ ਪਾਸਪੋਰਟ ਦਾ ਕੇਂਦਰ ਤੁਹਾਨੂੰ ਯਾਦ ਹੋਏਗਾ ਕੇਵਲ ਜਲੰਧਰ ਹੋਇਆ ਕਰਦਾ ਸੀ, ਜਲੰਧਰ ਤੋਂ ਪਹਿਲੇ ਵੀ ਕੇਵਲ ਚੰਡੀਗੜ੍ਹ ਹੋਇਆ ਕਰਦਾ ਸੀ। ਅੱਜ ਪਾਸਪੋਰਟ ਦੇ ਹਜ਼ਾਰਾਂ ਕੇਂਦਰ ਜਿਹੜੇ ਨੇ ਉਹ ਖੁੱਲ੍ਹ ਚੁੱਕੇ ਨੇ ਜਿੱਥੇ ਤੁਸੀਂ ਪਾਸਪੋਰਟ ਅਪਲਾਈ ਕਰ ਸਕਦੇ ਹੋ ਔਰ ਪਾਸਪੋਰਟ ਤੁਹਾਨੂੰ ਮਿਲ ਜਾਏਗਾ। ਔਰ ਕੁਝ ਦਿਨਾਂ ਦੇ ਵਿੱਚ ਹੀ, ਹਫ਼ਤੇ ਦੇ ਵਿੱਚ ਵੀ ਪਾਸਪੋਰਟ ਮਿਲ ਜਾਂਦਾ, 5 ਦਿਨ ਦੇ ਵਿੱਚ ਵੀ ਪਾਸਪੋਰਟ ਮਿਲ ਜਾਂਦਾ। ਸੋ ਮੇਰੀ ਅੱਜ ਦੀ ਜੋ ਤੁਹਾਡੇ ਨਾਲ ਇਹ ਫੇਰੀ ਹੈ ਉਹ ਇਹ ਹੈ ਕਿ ਕਥਰੀ ਤੇ ਕਰਨੀ ਕਿ ਜੋ BJP ਹੈ ਕਿ ਉਹ BJP ਦਾ ਇੱਕੋ ਹੀ ਸਿਧਾਂਤ ਹੈ, BJP ਦੇ ਪ੍ਰਧਾਨ ਮੰਤਰੀ ਦਾ ਇੱਕੋ ਸਿਧਾਂਤ ਹੈ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਇਸ ਦੇਸ਼ 'ਚੋਂ ਖਤਮ ਕਰਨਾ ਹੈ। ਕਿ ਇਹ ਸਰਕਾਰ ਲੋਕਾਂ ਦੀ ਸਰਕਾਰ ਹੈ, ਇਹ ਸਰਕਾਰ ਗਰੀਬ ਦੀ ਸਰਕਾਰ ਹੈ। ਮੋਦੀ ਸਰਕਾਰ ਆਮ ਆਦਮੀ ਦੀ ਸਰਕਾਰ ਹੈ। ਮੋਦੀ ਸਰਕਾਰ ਭ੍ਰਿਸ਼ਟਾਚਾਰ ਤੇ ਨਕੇਲ ਪਾਉਣ ਵਾਲੀ ਸਰਕਾਰ ਹੈ। ਔਰ ਉਹੀ ਕਾਰਨ ਹੈ ਕਿ ਅੱਜ ਦੁਬਾਰਾ ਬਹੁਮਤ ਦੇ ਨਾਲ, ਅੱਗੇ ਨਾਲੋਂ ਵੱਡੀ ਗਿਣਤੀ ਦੇ ਨਾਲ ਮੋਦੀ ਸਾਹਿਬ ਦੀ ਸਰਕਾਰ ਨੂੰ ਲੋਕਾਂ ਨੇ ਚੁਣਿਆ ਹੈਗਾ। ਔਰ ਅੱਜ ਇਹ ਸਰਕਾਰ ਸਫਲਤਾ ਦੇ ਨਾਲ ਚੱਲ ਰਹੀ ਹੈ। ਔਰ ਅੱਜ ਵੀ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਗਏ ਨੇ, ਜਿਹਦੇ ਟ੍ਰਿਪਲ ਤਲਾਕ ਦਾ ਤੁਸੀਂ ਦੇਖਿਆ ਬੜਾ ਮਹੱਤਵਪੂਰਨ ਕਾਨੂੰਨ ਲਿਆਂਦਾ ਗਿਆ, ਜਿਹੜਾ ਅਸੀਂ ਵਾਅਦਾ ਕੀਤਾ ਸੀ ਆਪਣੇ ਮੈਨੀਫੈਸਟੋ 'ਚ। ਅਸੀਂ ਵਾਅਦੇ ਕਾਂਗਰਸ ਦੀ ਤਰ੍ਹਾਂ ਕੇਵਲ ਸੱਤਾ ਲੈਣ ਲਈ ਨਹੀਂ ਕਰਦੇ, ਅਸੀਂ ਵਾਅਦੇ ਪੂਰੇ ਕਰਨ ਲਈ ਕਰਨੇ ਆ, ਵਚਨ ਕਰਨੇ ਆ। ਇਸੇ ਤਰ੍ਹਾਂ ਜਿਹੜਾ ਅਸੀਂ ਵਾਅਦਾ ਕੀਤਾ ਆਪਣਾ 370-35A ਦਾ ਕਿ ਕਸ਼ਮੀਰ ਨੂੰ ਅਸੀਂ ਭਾਰਤ ਦਾ ਅਭਿੰਨ ਅੰਗ ਜਿਹੜਾ ਹੈ ਉਹ ਬਣਾ ਦਿੱਤਾ ਹੈ। ਔਰ ਇਸੇ ਤਰ੍ਹਾਂ ਰਾਮ ਮੰਦਰ ਜਿਹੜਾ ਕਿ ਲੋਕ ਕਹਿੰਦੇ ਸੀ ਕਿ ਤੁਸੀਂ ਵਾਅਦਾ ਕਰਦੇ ਹੋ ਕਦੋਂ ਬਣੇਗਾ, ਅੱਜ ਰਾਮ ਮੰਦਰ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਸੋ ਇਹ ਵਾਅਦਿਆਂ ਨੂੰ ਪੂਰਾ ਕਰਨ ਵਾਲੀ ਸਰਕਾਰ ਹੈ। ਔਰ ਉਹ ਵਾਅਦੇ ਜਿਹੜੇ ਅੱਗੇ ਵੀ ਕੀਤੇ ਹੋਏ ਨੇ, ਨਿਰੰਤਰ ਹਰ ਸੈਸ਼ਨ ਵਿੱਚ ਕੋਈ ਨਾ ਕੋਈ 5, 7, 10, 15 ਬਿੱਲ ਐਸੇ ਆਉਂਦੇ ਨੇ ਜਿਹੜੇ ਕਿ ਸਰਕਾਰ ਦੇ ਵਾਅਦੇ ਹੁੰਦੇ ਨੇ ਉਹ ਪੂਰੇ ਕੀਤੇ ਜਾਂਦੇ ਨੇ। ਵਾਅਦਾ ਤਾਂ ਜੀ ਪੈਟਰੋਲ ਡੀਜ਼ਲ ਦੇ ਰੇਟ ਘਟਾਉਣ ਦਾ ਵੀ ਕੀਤਾ ਗਿਆ ਸੀ। ਐਸਾ ਹੈ ਕਿ ਪੈਟਰੋਲ ਡੀਜ਼ਲ ਦੇ ਰੇਟ ਘਟਾਉਣ ਦਾ ਵਾਅਦਾ ਕਿਸੇ ਮੈਨੀਫੈਸਟੋ 'ਚ ਨਹੀਂ ਹੈ। ਪੈਟਰੋਲ ਡੀਜ਼ਲ, ਤੁਸੀਂ ਧਿਆਨ ਨਾਲ ਸੁਣੋ ਜੀ ਇਸ ਗੱਲ ਨੂੰ ਮੂੰਗਾ ਜੀ, ਪੈਟਰੋਲ ਡੀਜ਼ਲ ਦੇ ਰੇਟ ਆਟੋਨੋਮਸ ਕੰਪਨੀਜ਼ ਦੇ ਹੱਥ 'ਚ ਨੇ। ਹਿੰਦੁਸਤਾਨ ਪੈਟਰੋਲੀਅਮ, ਇੰਡੀਅਨ ਆਇਲ ਜਾਂ ਜਿਹੜੀਆਂ ਵੀ ਭਾਰਤ ਪੈਟਰੋਲੀਅਮ ਦੀਆਂ ਕੰਪਨੀਆਂ ਨੇ ਉਹ ਆਪਣੇ ਰੇਟ ਆਪ ਨਿਰਧਾਰਿਤ ਕਰਦੀਆਂ ਨੇ। ਗਵਰਨਮੈਂਟ ਸਿਰਫ ਐਕਸਾਈਜ਼ ਡਿਊਟੀ ਜਿਹੜੀ ਹੈ ਉਹਦੇ ਵਿੱਚ ਭਾਈਵਾਲ ਹੈ। ਔਰ ਉਹਦੇ ਵਿੱਚ ਵੀ ਸਾਡੀ ਸਰਕਾਰ ਨੇ ਇਹ
ਘੋਸ਼ਣਾ ਕੀਤੀ ਸੀਗੀ, ਇਹ ਬੇਨਤੀ ਕੀਤੀ ਸੀ ਸਾਰੀ ਸਟੇਟਾਂ ਨੂੰ ਕਿ ਪੈਟਰੋਲ ਦੇ ਰੇਟ ਘਟੇ ਰਹਿਣ। ਇਹਦੇ ਲਈ ਪੈਟਰੋਲ ਔਰ ਡੀਜ਼ਲ ਨੂੰ GST ਦੇ ਵਿੱਚ ਲੈ ਆਂਦਾ ਜਾਏ, ਜਿਹੜਾ ਕਿ ਮੈਨੂੰ ਲੱਗਦਾ ਹੈ ਕਿ ਜਲਦੀ ਹੀ ਸਟੇਟ ਸਰਕਾਰਾਂ ਇਹ ਜੋ ਅਰੁਣ ਜੇਤਲੀ ਜੀ ਨੇ ਬੇਨਤੀ ਕੀਤੀ ਸੀ, ਇਹਨੂੰ ਪੈਟਰੋਲ ਡੀਜ਼ਲ ਜਿਹੜਾ ਹੈਗਾ ਉਹਨੂੰ GST 'ਚ ਲੈ ਆਉਣਗੇ। ਔਰ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ GST ਦੇ ਆਉਣ ਤੋਂ ਬਾਅਦ ਨਾ ਕੋਈ ਨਾਕਾ ਰਹਿ ਗਿਆ, ਨਾ ਕੋਈ ਅਵਰੋਧ ਰਹਿ ਗਿਆ, ਨਾ ਇੰਸਪੈਕਟਰੀ ਰਾਜ ਰਹਿ ਗਿਆ, ਨਾ ਕੋਈ ਆ ਕੇ ਤੰਗ ਕਰਦਾ ਹੈ। ਉਸੇ ਤਰ੍ਹਾਂ ਪੈਟਰੋਲ ਡੀਜ਼ਲ ਦੀ ਵੀ ਪ੍ਰਾਈਸਿਸ ਰੈਗੂਲਰਾਈਜ਼ ਹੋ ਜਾਣਗੇ। ਮਲਿਕ ਸਾਹਿਬ 2014 ਸਭ ਤੋਂ ਵੱਡਾ ਮੁੱਦਾ ਭਾਜਪਾ ਵੱਲੋਂ ਪੈਟਰੋਲ ਦੇ ਰੇਟ ਨੂੰ ਘਟਾਇਆ ਗਿਆ ਸੀ। ਐਸਾ ਹੈ ਕਿ ਮੈਨੀਫੈਸਟੋ ਦੀ ਮੈਂ ਗੱਲ ਕਰ ਰਿਹਾ ਜੀ, ਪੈਟਰੋਲ ਡੀਜ਼ਲ ਆਈ ਐਮ ਟਾਕਿੰਗ ਅਬਾਊਟ, ਜਿੱਥੋਂ ਤੱਕ ਮੇਰੀ ਨੌਲੇਜ ਹੈ ਪੈਟਰੋਲ ਡੀਜ਼ਲ ਤੇ ਕਿਸੇ ਸਰਕਾਰ ਨੇ ਕਦੀ ਵਾਅਦਾ ਨਹੀਂ ਕੀਤਾ। ਤੁਸੀਂ ਮੈਨੀਫੈਸਟੋ ਮੇਰੀ ਗੱਲ ਦੀਪਕ ਜੀ, ਇੱਕ ਸੈਕਿੰਡ, ਪੈਟਰੋਲ ਡੀਜ਼ਲ ਦੀਆਂ ਪ੍ਰਾਈਸਿਸ ਕਾਂਗਰਸ ਰਾਜ 'ਚ ਵੀ ਵੇਰੀਏਬਲ ਰਹੀਆਂ ਨੇ, ਸਾਡੇ ਰਾਜ 'ਚ ਵੀ ਵੇਰੀਏਬਲ ਰਹੀਆਂ। ਜੇ ਪਿੱਛੇ ਪੈਟਰੋਲ ਡੀਜ਼ਲ ਦੀ ਪ੍ਰਾਈਸਿਸ ਵਧੀਆਂ ਸੀਗੀਆਂ ਤੇ ਪੈਟਰੋਲ ਡੀਜ਼ਲ ਦੀ ਪ੍ਰਾਈਸਿਸ ਤੁਰੰਤ ਘਟ ਕੇ ਅੱਧੀਆਂ ਵੀ ਰਹਿ ਗਈਆਂ ਸੀ। ਔਰ ਜਿਸ ਤਰ੍ਹਾਂ ਅਸੀਂ ਆਟੋਨੋਮਸ ਬਾਡੀਜ਼ ਦਿੱਤੀਆਂ ਹੋਈਆਂ ਨੇ, ਪ੍ਰਾਈਵੇਟ ਬਾਡੀਜ਼ ਚੱਲਦੀਆਂ ਨੇ, ਇਹ ਕੰਪਨੀਆਂ ਦਾ ਵਿਸ਼ੇ ਹੈ। ਕੰਪਨੀਆਂ ਜਿਹੜੀਆਂ ਨੇ ਉਸ ਸਮੇਂ ਤੇ ਪੈਟਰੋਲ ਡੀਜ਼ਲ ਵਧਾ ਵੀ ਦਿੰਦੀਆਂ ਨੇ, ਘਟਾ ਵੀ ਦਿੰਦੇ ਆ। ਦਿਸ ਇਜ਼ ਅ ਮੋਮੈਂਟਰਲੀ ਕੇਸ। ਪਰ ਰਾਹੁਲ ਗਾਂਧੀ ਟਵੀਟ ਕਰਕੇ ਲੋਕਾਂ ਨੂੰ ਇਹ ਦੱਸਦੇ ਕਿ ਇੰਟਰਨੈਸ਼ਨਲ ਰਾਹੁਲ ਗਾਂਧੀ ਤੋਂ ਮੈਂ ਪ੍ਰਸ਼ਨ ਕਰਾਂਗਾ ਕਿ ਰਾਹੁਲ ਗਾਂਧੀ ਐਫੀਡੇਵਿਟ ਦੇਵੇ, ਰਾਹੁਲ ਤੁਹਾਡੇ ਮਾਧਿਅਮ ਦੇ ਨਾਲ ਰਾਹੁਲ ਗਾਂਧੀ ਐਫੀਡੇਵਿਟ ਦੇ ਕਿ ਕੀ ਕਾਂਗਰਸ ਦੇ 70 ਸਾਲ ਦੇ ਕੁਸ਼ਾਸਨ ਦੇ ਵਿੱਚ ਪੈਟਰੋਲ ਡੀਜ਼ਲ ਦਾ ਇੱਕ ਰੇਟ ਰਿਹਾ ਸੀ, ਕਿ ਰੇਟ ਨਹੀਂ ਸੀ ਵਧਿਆ। ਜੇ ਰਾਹੁਲ ਗਾਂਧੀ ਦੇ ਟਾਈਮ ਰੇਟ ਨਹੀਂ ਸੀ ਵਧਿਆ, ਜੇ ਉਹ ਐਫੀਡੇਵਿਟ ਦਿੰਦਾ ਤਾਂ ਮੈਂ ਜ਼ਰੂਰ ਜਵਾਬ ਦਿਆਂ। ਸਿਲੰਡਰ ਦੇ ਰੇਟ ਡਬਲ ਕਰ ਦਿੱਤੇ ਗਏ ਕੰਪਨੀ ਦੇ ਹੱਥ ਨੇ, ਪ੍ਰਾਈਵੇਟ ਕੰਪਨੀ ਤੁਸੀਂ ਕਹਿ ਰਹੇ ਹੋ, ਇਸ ਕਰਕੇ ਸਾਡਾ ਕੰਟਰੋਲ ਨਹੀਂ ਹੈ ਪੈਟਰੋਲ ਦੇ ਉੱਤੇ। ਜੀ ਜੀ। ਤੇ ਕੱਲ ਨੂੰ ਜਿਹੜੇ ਕ੍ਰਿਸ਼ੀ ਕਾਨੂੰਨ ਬਣਦੇ ਜੇ ਪ੍ਰਾਈਵੇਟ ਕੰਪਨੀ ਉਹਦੇ ਵਿੱਚ ਐਂਟਰ ਕਰ ਜਾਂਦੀਆਂ, ਕੀ ਨਹੀਂ, ਇਹ ਇੱਕ ਅਲੱਗ ਸੈਕਟਰ ਹੈ ਜੀ। ਨਾ ਇਹ ਕੁਐਸਚਨਾਂ ਦਾ ਕੋਈ ਆਪਸ ਵਿੱਚ ਮੇਲ ਨਹੀਂ ਹੈਗਾ, ਕਿਉਂਕਿ ਕ੍ਰਿਸ਼ੀ ਕਾਨੂੰਨਾਂ ਵਿੱਚ ਕਿਸਾਨ ਨੂੰ ਇੰਡੀਪੈਂਡੈਂਟ ਕੀਤਾ ਗਿਆ ਹੈ, ਕਿਸਾਨ ਨੂੰ ਅਧਿਕ ਤਾਕਤ ਦਿੱਤੀ ਗਈ ਹੈ। ਉੱਥੇ ਅਸੀਂ ਪੁਰਾਣੇ ਸਿਸਟਮ ਨੂੰ ਖਤਮ ਨਹੀਂ ਕੀਤਾ ਜੀ, ਉੱਥੇ ਨਵਾਂ ਸਿਸਟਮ ਦਿੱਤਾ ਹੈ। ਕਿਸਾਨ ਦੀ ਆਪਸ਼ਨ ਹੈ, ਜੇ ਉਹ ਆੜਤੀ ਕੋਲ ਜਾਣਾ ਚਾਹੁੰਦਾ ਹੈ ਉਹ ਆੜਤੀ ਕੋਲ ਜਾਏ, ਜੋ ਆੜਤੀ ਕੋਲ ਨਹੀਂ ਜਾਣਾ ਚਾਹੁੰਦਾ ਤੇ ਨਾ ਜਾਏ। ਉਹ ਆਈ ਟੈਲ ਯੂ ਜਸਟ ਅ ਮਿੰਟ ਜੀ, ਆਈ ਟੈਲ ਯੂ that is just a amendment, that is not a new act, that is the amendment to the old act। ਕਿ ਅਸੀਂ ਉਹਦੇ ਵਿੱਚ, ਔਰ ਉਹੀ 2017 ਦਾ ਜਿਹੜਾ ਮੈਨੀਫੈਸਟੋ ਕਾਂਗਰਸ ਦਾ ਸੀ, ਉਹਦੇ ਵਿੱਚ ਅਮਰਿੰਦਰ ਸਿੰਘ ਜੀ ਤੋਂ ਮੈਂ ਕੁਐਸਚਨ ਕਰਾਂਗਾ, ਕ੍ਰਿਸ਼ੀ ਕਾਨੂੰਨਾਂ ਦੀ ਵਕਾਲਤ ਕੀਤੀ ਗਈ ਸੀ ਮੈਨੀਫੈਸਟੋ ਦੇ ਵਿੱਚ। 2019 ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਦਾ ਮੈਨੀਫੈਸਟੋ ਆਇਆ ਲੋਕ ਸਭਾ ਦੇ ਵਿੱਚ, ਉਹਦੇ ਵਿੱਚ ਕ੍ਰਿਸ਼ੀ ਕਾਨੂੰਨਾਂ ਦੀ ਵਕਾਲਤ ਕੀਤੀ ਗਈ। ਸ਼ਰਦ ਪਵਾਰ ਜਿਹੜੇ ਕਾਂਗਰਸ ਦੇ ਕ੍ਰਿਸ਼ੀ ਮੰਤਰੀ ਸੀ, ਪਾਰਲੀਮੈਂਟ ਹੀ ਨਹੀਂ ਬੋਲ ਸਕੇ। ਜਦੋਂ ਸਾਡੇ ਵੱਲੋਂ, ਸਾਡੇ ਪਕਸ਼ ਤੋਂ ਇਹ ਪ੍ਰਸ਼ਨ ਜੋ ਮੈਂ ਤੁਹਾਨੂੰ ਦੱਸ ਰਿਹਾ ਵਾ, ਇਹ ਮੇਰੀ ਪ੍ਰੈਜ਼ੈਂਸ ਦੇ ਵਿੱਚ ਇਸ ਸੈਸ਼ਨ ਵਿੱਚ ਪਾਰਲੀਮੈਂਟ ਵਿੱਚ ਪ੍ਰਸ਼ਨ ਕੀਤੇ, ਜਿਸ ਵੇਲੇ ਕਿ ਕੀ ਉਸ ਵੇਲੇ ਕ੍ਰਿਸ਼ੀ ਮੰਤਰੀ ਔਰ ਪ੍ਰਧਾਨ ਮੰਤਰੀ ਜੀ ਨੇ ਕੀਤੇ, ਕਿ ਜਿਹੜਾ ਸ਼ਰਦ ਪਵਾਰ ਜੀ ਵੀ ਸੀਗੇ। ਔਰ ਸਭ ਤੋਂ ਵੱਡਾ ਪ੍ਰਸ਼ਨ ਤੇ ਪ੍ਰਧਾਨ ਮੰਤਰੀ ਜੀ ਨੇ ਆਦਰਨੀय ਕਹਿ ਕੇ ਮਨਮੋਹਨ ਸਿੰਘ ਜੀ ਤੇ ਕੀਤਾ। ਮਨਮੋਹਨ ਸਿੰਘ ਜੀ ਉਸ ਦਿਨ ਹਾਊਸ ਵਿੱਚ ਪ੍ਰੈਜ਼ੈਂਟ ਸੀਗੇ, ਬੈਠੇ ਹੋਏ, ਸੁਣੀਏ ਜੀ, ਹਾਊਸ ਵਿੱਚ ਬੈਠੇ ਹੋਏ ਮਨਮੋਹਨ ਸਿੰਘ ਜੀ ਨੂੰ ਕਿਹਾ ਕਿ ਕੀ ਮਨਮੋਹਨ ਸਿੰਘ ਜੀ ਨੇ ਕ੍ਰਿਸ਼ੀ ਕਾਨੂੰਨਾਂ ਦੀ ਵਕਾਲਤ ਨਹੀਂ ਸੀ ਕੀਤੀ। ਇੱਕ ਵੀ ਕਾਂਗਰਸ ਦਾ ਨੁਮਾਇੰਦਾ, ਇੱਕ ਵੀ ਕਾਂਗਰਸ ਦਾ ਨੇਤਾ, ਤੁਸੀਂ ਰਿਕਾਰਡਿੰਗ ਕਢਾ ਲਓ ਰਾਜ ਸਭਾ ਦੀ, ਉੱਠ ਕੇ ਨਹੀਂ ਬੋਲਿਆ ਕਿ ਮੋਦੀ ਜੀ ਇਹ ਗਲਤ ਕਹਿ ਰਹੇ ਨੇ। ਤੇ ਜਿਹੜਾ ਸਰਵ ਪਕਸ਼ੀਏ, ਸਰਵ ਦਲੀਏ ਸਾਰਿਆਂ ਨੇ ਸਮਝਿਆ ਸੀ ਕਿ ਇੱਕ ਸੁਧਾਰ ਹੈ। ਦੇਖੋ GST ਵੀ ਜਿਸ ਵੇਲੇ ਲੱਗਾ ਸੀ, GST ਲੱਗਣ ਤੇ ਵੀ ਕਈ ਹੜਤਾਲਾਂ ਹੋਈਆਂ, ਕਈ ਤਰ੍ਹਾਂ ਦੇ ਪ੍ਰਸ਼ਨ ਉੱਠੇ, ਪਰ ਦੇਖੋ ਕੋਈ ਐਕਟ ਆਂਦਾ ਹੈ, ਕੋਈ ਅਮੈਂਡਮੈਂਟ ਆਉਂਦੀ ਹੈ, ਉਹਦੇ ਮੈਨੂੰ ਬੋਲਣ ਦਿਓ ਜੀ ਭੰਡਾਰੀ ਸਾਹਿਬ, ਪੂਰਾ ਕਰਨ ਦਿਓ। ਚਿੰਤਨ ਹੁੰਦਾ ਹੈ, ਚਿੰਤਾ ਹੁੰਦੀ ਹੈ। ਅੱਜ ਤੁਸੀਂ ਦੇਖੋ, ਅੱਜ GST ਤੇ ਕੌਣ ਬੋਲ ਰਿਹਾ? ਅੱਜ ਵਪਾਰੀ ਛਾਲਾ ਮਾਰ, ਅੱਜ ਵਪਾਰੀ ਜਿਹੜੇ ਨੇ, ਦੇਖੋ GST ਦੀ ਅਮੈਂਡਮੈਂਟ ਤੇ ਕਰ ਰਹੇ ਨੇ, ਉਹ ਅਸੀਂ ਠੀਕ ਕਰਨ ਦਾ ਪ੍ਰਯਾਸ ਕਰਾਂਗੇ। GST ਦੇ ਉੱਤੇ ਸਭ ਨੇ ਕਿਹਾ ਕਿ ਵਨ ਨੇਸ਼ਨ ਵਨ ਟੈਕਸ ਜਿਹੜਾ ਹੈ ਉਹ ਬਹੁਤ ਅੱਛਾ ਹੈ। ਹੁਣ ਸਾਡੀ ਇਲੈਕਟ੍ਰਿਸਿਟੀ ਦੀ ਜਿਹੜੇ ਸਾਡੇ ਫਾਈਨੈਂਸ ਮਿਨਿਸਟਰ ਨੇ, ਉਹਨਾਂ ਨੇ ਇਹ ਵੀ ਵਾਅਦਾ ਕੀਤਾ ਹੈ ਵਨ ਨੇਸ਼ਨ ਵਨ ਇਲੈਕਟ੍ਰਿਕ ਟੈਰਿਫ, ਕਿ ਇਲੈਕਟ੍ਰਿਕ ਟੈਰਿਫ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਅੱਜ ਬਿਜਲੀ ਜਿਹੜੀ ਹੈ ਉਹ ਅਮਰਿੰਦਰ ਸਿੰਘ ਜੀ 12 ਰੁਪਏ ਯੂਨਿਟ ਵੇਚ ਰਹੇ ਨੇ, ਜੰਮੂ ਕਸ਼ਮੀਰ ਦੇ ਵਿੱਚ 1.5 ਰੁਪਏ ਯੂਨਿਟ ਵਿਕ ਰਹੀ ਹੈ। ਕਿਉਂ ਹੈ ਵਿਤਕਰਾ? ਉਹਨਾਂ ਨੇ ਕਿਹਾ ਵਨ ਨੇਸ਼ਨ ਵਨ ਇਲੈਕਟ੍ਰਿਕ ਟੈਰਿਫ।
ਨਿਰਮਲਾ ਸੀਤਾਰਮਨ ਜੀ ਨੇ ਪਿਛਲੇ ਬਜਟ ਵਿੱਚ ਕਿਹਾ। ਸਰ, ਠੀਕ ਹੈ, ਤੁਹਾਡੀ ਗੱਲ ਤਾਂ ਬਿਲਕੁਲ ਸਹੀ ਹੈ, ਪਰ ਜਿਸ ਤਰੀਕੇ ਦੇ ਹਾਲਾਤ ਬੀਜੇਪੀ ਦੇ ਇਸ ਵੇਲੇ ਨਗਰ ਕੌਂਸਲ ਚੋਣਾਂ ਦੇ ਵਿੱਚ ਨਜ਼ਰ ਆਏ, ਤੁਹਾਨੂੰ ਨਹੀਂ ਲੱਗਦਾ ਪੂਰੇ ਦੇਸ਼ ਦੇ ਵਿੱਚ, ਮੈਂ ਮੰਨਦਾ ਕਿ ਕਈ ਸੂਬੇ ਮੰਨਦੇ ਹੋਣਗੇ ਕਾਨੂੰਨ ਸਹੀ ਨੇ, ਪਰ ਪੰਜਾਬ ਦੇ ਵਿੱਚ ਬੀਜੇਪੀ ਦੇ ਲਈ ਅੱਗੇ ਵਿਧਾਨ ਸਭਾ ਚੋਣਾਂ ਵਿੱਚ ਮੈਂ 2017 ਹੀ ਤੁਹਾਨੂੰ ਲੈ ਕੇ ਜਾਵਾਂਗਾ। 2017 ਦੇ ਵਿੱਚ ਅਸੀਂ 2016 ਦੇ ਵਿੱਚ ਜਿਸ ਵੇਲੇ ਚੁਣਾਵ ਹੋਏ ਸੀਗੇ ਲੋਕਲ ਬਾਡੀਜ਼ ਦੇ, 2016 ਦੇ ਵਿੱਚ ਅਸੀਂ ਪਠਾਨਕੋਟ 'ਚ ਵੀ ਮੇਅਰ ਬਣਾਇਆ, ਅਸੀਂ ਹੁਸ਼ਿਆਰਪੁਰ 'ਚ ਵੀ ਮੇਅਰ ਬਣਾਇਆ, ਅਸੀਂ ਆਪਣਾ ਇਹ ਜਿਹੜਾ ਸੀਗਾ ਅਲੱਗ-ਅਲੱਗ ਕਾਰਪੋਰੇਸ਼ਨਾਂ ਜਿੰਨੀਆਂ ਹੋਰ ਨੇ ਉਹਨਾਂ 'ਚ ਵੀ, ਮੋਹਾਲੀ 'ਚ ਵੀ ਮੇਅਰ ਬਣਾਇਆ। ਸੋ ਅੱਜ 2016 ਦੇ ਵਿੱਚ ਸਾਡੀ ਆਪਣੀ ਸਰਕਾਰ ਸੀ ਕਿ ਅਸੀਂ ਝਾੜੂ ਫੇਰ ਜਿੱਤ ਪ੍ਰਾਪਤ ਨਹੀਂ ਸੀ ਕੀਤੀ। ਹਾਰ ਜਿੱਤ ਦੇਖੋ ਤੇ ਦੋ ਹਾਰ ਜਿੱਤ ਜਿਹੜੀ ਹੈ ਉਹ ਰਾਜਨੀਤੀ ਦਾ ਇੱਕ ਹਿੱਸਾ ਹੈ। ਕੱਲ ਅਸੀਂ ਕੱਲ ਮੇਰੀ ਬੇਨਤੀ ਸੁਣੋ, ਮੈਨੂੰ ਪੂਰਾ ਕਰਨ ਦਿਓ, ਇੰਟਰਪਟ ਨਾ ਕਰੋ। ਕੱਲ ਅਸੀਂ ਝਾੜੂ ਫੇਰ ਜਿੱਤ ਜਿਹੜੀ ਹੈ ਗੁਜਰਾਤ ਦੇ ਵਿੱਚ ਪ੍ਰਾਪਤ ਕੀਤੀ ਹੈ, ਔਰ ਪੰਜਾਬ ਦੀਆਂ ਚੋਣਾਂ ਲੋਟੂ ਚੋਣਾਂ ਸੀਗੀਆਂ, ਪੰਜਾਬ ਦੇ ਵਿੱਚ ਧੱਕੇ ਦੀਆਂ ਚੋਣਾਂ ਸੀ, ਪੰਜਾਬ ਵਿੱਚ ਅਪਰਾਧੀਕਰਨ ਦੀਆਂ ਚੋਣਾਂ ਸੀ, ਪੰਜਾਬ ਵਿੱਚ ਜਿਹੜੀ ਡੈਮੋਕ੍ਰੇਸੀ ਸੀ ਉਹਦਾ ਕਤਲ ਹੋਇਆ, ਸਾਡੇ ਕੈਂਡੀਡੇਟਾਂ ਦੇ ਕਾਗਜ਼ ਰੱਦ ਕਰਾ ਦਿੱਤੇ ਗਏ, ਸਾਡੇ ਕੈਂਡੀਡੇਟਾਂ ਨੂੰ ਡਰਾਇਆ ਗਿਆ, ਧਮਕਾਇਆ ਗਿਆ, ਔਰ ਟੋਟਲ ਬੂਥ ਕੈਪਚਰਿੰਗ ਜਿਹੜੀ ਹੈ ਉਹ ਉਸ ਦਿਨ ਹੋਈ ਹੈ, ਜਿਹੜੇ ਧੱਕੇ ਦੇ ਮੁਤਾਬਕ ਇਹ ਰਿਜ਼ਲਟ ਨਹੀਂ ਹੈਗੇ। ਰਿਜ਼ਲਟ 2022 ਜਾਣਗੇ ਕਿ ਜਿਸ ਵੇਲੇ 2022 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ। ਔਰ ਤੁਸੀਂ ਲੋਕ ਸਭਾ ਚੋਣਾਂ ਵੀ ਦੇਖ ਲਓ, ਸਾਡਾ ਸਟ੍ਰਾਈਕ ਰੇਟ ਲੋਕ ਸਭਾ ਚੋਣਾਂ ਵਿੱਚ ਕਿੰਨੀ ਦੇਰ ਹੋਈ ਹੈ, ਲੋਕ ਸਭਾ ਚੋਣਾਂ ਨੂੰ ਸਭ ਤੋਂ ਵੱਧ ਸੀਗਾ 68%। 3 ਲੋਕ ਸਭਾ ਹਲਕੇ ਅਸੀਂ ਲੜੇ ਔਰ 2 ਲੋਕ ਸਭਾ ਹਲਕੇ ਅਸੀਂ ਜਿੱਤ ਪ੍ਰਾਪਤ ਕੀਤੀ ਸੀਗੀ, ਔਰ 23 ਵਿਧਾਨ ਸਭਾ ਵਿੱਚੋਂ 15 ਵਿਧਾਨ ਸਭਾ ਵਿੱਚ ਜਿੱਤ ਪ੍ਰਾਪਤ ਕੀਤੀ ਸੀ। ਸੋ ਇਹ ਇਲੈਕਸ਼ਨ ਨਹੀਂ ਹੈ, ਇਹ ਸਰਕਾਰ ਦੀ ਗੁੰਡਾ ਤੰਤਰ ਦੀ ਜਿੱਤ ਹੈ। ਨਹੀਂ, ਮੇਰਾ ਇਹਦਾ ਮਤਲਬ ਹੈ ਜੀ ਇਹ ਡੈਮੋਕ੍ਰੇਸੀ ਹੈਗੀ ਹੈ, ਲੋਕਾਂ ਨੇ ਵੋਟ ਪਾਈ ਹੈਗੀ ਹੈ, ਇਹ ਕਿਸੇ ਮੁੱਦੇ ਕਰਕੇ ਵੋਟ ਨਹੀਂ ਪਾਈ। ਇਹ ਧੱਕਾ ਮੈਂ ਸਮਝਣਾ ਕਿ ਇਹ ਧੱਕਾ ਹੋਇਆ ਹੈ ਕਾਂਗਰਸ ਦੀ ਸਰਕਾਰ ਦਾ। ਹਰ ਜਗ੍ਹਾ ਤੁਸੀਂ ਲੋਕਾਂ ਨੇ, ਤੁਸੀਂ ਗਵਾਓ, ਤੁਸੀਂ ਵੀਡੀਓ ਪਾਏ, ਤੁਸੀਂ ਪਿਕਚਰਾਈਜ਼ ਕੀਤਾ ਕਿ ਕਿਸ ਤਰ੍ਹਾਂ ਜਿਹੜਾ ਹੈ ਗੁੰਡਾਗਰਦੀ ਹੋਈ ਹੈ, ਕਿਸ ਤਰ੍ਹਾਂ ਸਾਡੇ ਕਾਗਜ਼ ਫਾੜ ਦਿੱਤੇ ਗਏ, ਕਿਸ ਤਰ੍ਹਾਂ ਸਾਡੇ ਕਾਗਜ਼ ਦਾਖਲ ਨਹੀਂ ਹੋਣ ਦਿੱਤੇ ਗਏ। ਇਹਦਾ ਪ੍ਰਮਾਣ ਸਭ ਤੋਂ ਵੱਡਾ ਪੰਜਾਬ ਦੀ ਪ੍ਰੈਸ ਹੈ। ਤੋਮਰ ਸਾਹਿਬ ਦਾ ਕਹਿਣਾ ਹੈ ਕਿ ਅਕਾਲੀ ਦਲੋਂ ਵੱਖ ਹੋਣ ਦਾ ਸਾਨੂੰ ਜਿਹੜਾ ਨੁਕਸਾਨ ਹੋਇਆ। ਨਹੀਂ, ਐਸਾ ਹੈ ਜੀ ਕਿ ਤੋਮਰ ਸਾਹਿਬ ਨੇ ਦੇਖੋ 2 ਭਾਈਵਾਲ ਸੀਗੇ, ਮੋਮੈਂਟਰਲੀ ਉਸ ਚੀਜ਼ ਦਾ ਲਾਸ ਵੀ ਹੁੰਦਾ ਹੈ। ਕਹਿੰਦੇ ਨੇ ਕਿ ਕਿਸੇ ਵੇਲੇ ਲੰਮੇ ਜਿਹੜੇ ਨੇ ਉਹਨਾਂ ਦੇ ਵਿੱਚ ਨੁਕਸਾਨ ਹੁੰਦਾ ਹੈ ਔਰ ਸਦੀਆਂ ਹੀ ਉਹਦਾ ਲਾਭ ਹੁੰਦਾ ਹੈ। ਸੋ ਮੈਨੂੰ ਇਹ ਸਾਨੂੰ ਨਜ਼ਰ ਆਉਂਦਾ ਪਿਆ ਕਿ ਭਾਰਤੀ ਜਨਤਾ ਪਾਰਟੀ ਦੀ ਲੋਕਪ੍ਰਿਯਤਾ ਚਰਮ ਸੀਮਾ ਤੇ ਸਾਰੇ ਦੇਸ਼ ਵਿੱਚ ਹੈ। ਅੱਜ ਬੰਗਾਲ ਦੇ ਵਿੱਚ ਅਸੀਂ ਸਰਕਾਰ ਬਣਾਉਣ ਜਾ ਰਹੇ ਹਾਂ, ਅਸਾਮ ਹੀ ਸਾਡੀ ਸਰਕਾਰ ਦੁਬਾਰਾ ਆਉਣ ਵਾਲੀ ਹੈ, ਕੇਰਲ ਵਿੱਚ ਸਾਡੇ ਪ੍ਰੋਸਪੈਕਟਸ ਅੱਗੇ ਨਾਲੋਂ ਬਹੁਤ ਮਜ਼ਬੂਤ ਹੋਏ ਨੇ, ਗੁਜਰਾਤ ਦੇ ਵਿੱਚ ਤੁਸੀਂ ਦੇਖੋ ਕਿ ਸਰਕਾਰ ਕਿੰਨੇ ਸਾਲਾਂ ਤੋਂ ਹੈ, ਕਿੰਨੀ ਵਾਰੀ ਰਿਪੀਟ ਹੋ ਚੁੱਕੀ ਹੈ। 85% ਜਿਹੜੇ ਸਥਾਨੀ ਨਿਕਾਏ ਨੇ ਸਾਡਾ ਹੋਇਆ। ਔਰ ਇੱਕ ਦਿਨ ਪੰਜਾਬ, ਔਰ ਐਗਜ਼ਾਮਪਲ ਦਿਆਂਗਾ ਤੁਹਾਨੂੰ ਮੈਂ, ਪੱਤਰਕਾਰਾਂ ਨੂੰ, ਤੁਸੀਂ ਬੜੇ ਵਿਲੱਖਣ ਬੁੱਧੀ ਵਾਲੇ ਹੋ। ਹਰਿਆਣਾ 'ਚ ਕੀ ਹੋਇਆ ਸੀ ਜੀ? ਹਰਿਆਣਾ 'ਚ ਵੀ ਜਦੋਂ ਲੋਕ ਦਲ ਦੇ ਨਾਲ ਅਸੀਂ ਸੀਗੇ, ਸਾਨੂੰ ਮੋਮੈਂਟਰੀ ਲਾਸ ਹੋਇਆ ਜਦੋਂ ਲੋਕ ਦਲ ਦੇ ਨਾਲ ਸੰਬੰਧ ਵਿਛੇਦ ਹੋਏ ਸੀ। ਔਰ ਅੱਜ ਹਰਿਆਣਾ 'ਚ ਸਾਡਾ ਦੂਸਰੀ ਵਾਰੀ ਮਨੋਹਰ ਲਾਲ ਖੱਟਰ ਜੀ ਦੀ ਸਰਕਾਰ ਹੈ। ਸੇਮ ਇਜ਼ ਰਿਪੀਟਿੰਗ ਇਨ ਪੰਜਾਬ। ਨਾਓ ਵੀ ਆਰ ਇਨ ਦਾ ਫੇਜ਼, ਪ੍ਰਾਇਮਰੀ ਫੇਜ਼ ਵਿੱਚ ਹੈਗੇ ਆ ਜਦੋਂ ਸੰਬੰਧ ਵਿਛੇਦ ਹੋਣਗੇ। ਸੈਕੰਡਰੀ ਫੇਜ਼ ਉਹ ਹੋਏਗਾ ਜਦੋਂ ਭਾਜਪਾ ਦਾ ਮੁੱਖ ਮੰਤਰੀ ਪੰਜਾਬ ਵਿੱਚ ਬਣੇ। ਥੈਂਕ ਯੂ ਮੇਰਾ ਗੱਲ ਬਹੁਤ ਹੋ ਗਿਆ। ਲਾਸਟ ਸਵਾਲ ਸਰ, ਲਾਸਟ ਸਵਾਲ ਬਹੁਤ ਜ਼ਰੂਰੀ ਹੈ। ਪੰਜਾਬ ਜੋ ਮੌਜੂਦਾ ਹਾਲਾਤ ਨੇ, ਤੁਸੀਂ ਉਹਨਾਂ ਦੇ ਲਈ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ? ਕਿਉਂਕਿ ਕਾਨੂੰਨ ਤੇ ਤੁਸੀਂ ਕਿਸਾਨ ਦੇ ਹੱਕ ਦੇ ਵਿੱਚ ਲਾਸਟ ਕੁਐਸਚਨ ਹੈ ਜੀ। ਭਾਰਤੀ ਜਨਤਾ ਪਾਰਟੀ ਹਮੇਸ਼ਾ ਕਿਸਾਨਾਂ ਦੀ ਹਿਤੈਸ਼ੀ ਪਾਰਟੀ ਰਹੀ ਹੈ। ਇਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਸੀਗੇ ਨਰਿੰਦਰ ਮੋਦੀ ਜੀ, ਜਿਨ੍ਹਾਂ ਨੇ ਕਿਸਾਨਾਂ ਦੇ ਲਈ ਮਿਨੀਮਮ ਸਪੋਰਟ ਪ੍ਰਾਈਸ 70 ਸਾਲ ਤੋਂ ਜਿਹੜੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਸੀ ਉਹ ਪੈਂਡਿੰਗ ਕਰਕੇ ਕਾਂਗਰਸ ਦੀ ਗਵਰਨਮੈਂਟ ਬੈਠੀ ਸੀ 1.5 ਗੁਣਾ ਤੋਂ 2 ਗੁਣਾ ਤੱਕ ਫਸਲ ਦੀ ਪ੍ਰਾਈਸ ਕੀਤੀ। ਇਹ ਭਾਰਤੀ ਮੋਗਾ ਜੀ ਇੱਧਰ ਸੁਣੋ, ਹੁਣ
ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀਗੀ ਜਿਨੇ ਕਿਸਾਨਾਂ ਨੂੰ 6000 ਰੁਪਏ ਸਾਲਾਨਾ ਪੈਨਸ਼ਨ ਦਿੱਤੀ ਹੈ। ਇੱਕ ਕਿਸ਼ਤ ਜਿਹੜੀ ਤਿਮਾਹੀ ਹੈ ਨਾ ਉਹ 18000 ਕਰੋੜ ਰੁਪਏ ਪੈਂਦੀ ਹੈ। 18000 ਕਰੋੜ ਰੁਪਏ ਤਿਮਾਹੀ ਕਿਸ਼ਤ ਜਿਹੜੀ ਮੋਦੀ ਜੀ ਨੇ ਨਹੀਂ ਸੁਣੀ ਜਾਓ, ਨਹੀਂ ਮੈਨੂੰ ਲੈਟ ਮੀ, ਤੁਸੀਂ ਹੁਣ ਮੈਨੂੰ ਸਵਾਲ ਕਰਕੇ ਜਵਾਬ ਨਹੀਂ ਦੇਣ ਦਿੰਦੇ। ਸਵਾਲ 4 ਮਹੀਨੇ ਬਾਅਦ 18000 ਕਰੋੜ ਰੁਪਏ ਦਿੱਤੇ ਹੈ। ਅੱਜ ਉਹ ਯੂਰੀਆ ਜਿਹਦੇ ਲਈ ਡਾਂਗਾ ਵੱਜਦੀਆਂ ਸੀ, ਕਿਸਾਨ ਨੂੰ ਡਾਂਗਾ ਵੱਜਦੀਆਂ ਸੀ, ਉਹ ਯੂਰੀਆ ਅੱਜ ਲਾਈਨਾਂ ਦੇ ਵਿੱਚ ਜਿਹੜੇ ਵਿਕਰੇਤਾ ਨੇ ਉਹ ਵੇਚਣ ਲਈ ਬੈਠੇ ਹੋਏ ਨੇ। ਅੱਜ ਕਿਸਾਨ ਦੇ ਘਰ ਵਿੱਚ ਹਰ ਘਰ ਹੀ ਸਿਲੰਡਰ ਆਇਆ ਹੈ। ਅੱਜ ਕਿਸਾਨ ਦੀ ਹਰ ਘਰ ਦੇ ਵਿੱਚ ਬਿਜਲੀ ਦਿੱਤੀ ਗਈ ਹੈ। ਅੱਜ ਕਿਸਾਨ ਦੇ ਹਰ ਘਰ ਨੂੰ ਸੜਕ ਨਾਲ ਜੋੜਿਆ ਗਿਆ ਹੈ। ਅੱਜ ਕਿਸਾਨ ਨੂੰ ਹਰ ਤਰ੍ਹਾਂ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਹਰ ਤਰ੍ਹਾਂ ਦੀ ਉਹਦੀ ਲਈ ਟੈਕਨੋਲੋਜੀ ਐਡਵਾਂਸਮੈਂਟ ਕੀਤੀ ਜਾ ਰਹੀ ਹੈ ਤਾਂ ਕਿ ਕਿਸਾਨ ਸਮਰਿੱਧ ਹੋਏ। ਔਰ ਜੋ ਮੋਦੀ ਜੀ ਨੇ ਵਾਅਦਾ ਕੀਤਾ ਹੈ ਕਿ 2024 ਤੱਕ ਕਿਸਾਨ ਦੀ ਆਮਦਨ ਡਬਲ ਕਰੇ।